ਦੇਸ਼ ਦੁਨੀਆ 'ਚ ਬਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਸਰਦਾਰ ਸਾਹਿਬ, ਯਕਦਮ ਪੰਜਾਬ ਦੀ ਸਿਆਸਤ ਖੁੱਲ ਗਈ ਹੈ ਜੀ। ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਪ੍ਰਸ਼ਨ ਖੜਾ ਹੋ ਗਿਆ ਕਿ ਉਹ ਲੋਕਾਂ ਨੂੰ ਇਹ ਦੱਸਣ ਕਿ ਮੈਂ ਨੀਅਤਨ ਮਾੜਾ ਨਹੀਂ ਸੀ। ਜੀ। ਨਵਜੋਤ ਸਿੰਘ ਸਿੱਧੂ ਪੰਜਾਬ ਹਤੈਸ਼ੀ ਹੋਣ ਦਾ ਸਰਟੀਫਿਕੇਟ ਰੱਖਣਾ ਚਾਹੁੰਦੇ ਬਿਲਕੁਲ। ਔਰ ਬਾਦਲ ਕੇ ਸਾਫ਼ ਪੱਲਾ ਦਿਖਾਉਣ ਲਈ ਓੜ-ਪੋੜ ਕਰੀ ਜਾਂਦੇ। ਲੇਕਿਨ ਸਵਾਲ ਇਹ ਆ ਕਿ ਤੁਸੀਂ ਹੁਣ ਕਿਹੜਾ ਸਾਬਣ ਲੈ ਆਏ ਹੋ ਕਿ 4 ਸਾਲਾਂ ਦੇ ਦਾਗ 6 ਮਹੀਨਿਆਂ ਚ ਧੋ ਦੋਏਗਾ ਤੁਹਾਡੇ? ਦਾਗ ਤੇ ਪਹਿਲਿਆਂ ਦੇ ਵੀ ਨਹੀਂ ਸੀ ਧੁੱਪੇ, ਇਹਨਾਂ ਦੇ ਕਿੱਥੋਂ ਧੁੱਪਣੇ ਆ। ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਦੀ ਹਸਰਤ ਸਿਖਰਲੀ ਸੱਤਾ ਹੈ। ਸਾਡੀ ਹਸਰਤ ਪੰਜਾਬ ਨੂੰ ਘੁੱਗ ਵਸਦਾ ਵੇਖਣ ਦੀ ਹੈ। ਬਿਲਕੁਲ ਸਹੀ ਗੱਲ। ਜਿਹੜੀਆਂ ਧਿਰਾਂ ਲਗਾਤਾਰ ਮੜਿਕ ਕੇ ਤੁਰਦੀਆਂ ਰਹੀਆਂ, ਜਿਨ੍ਹਾਂ ਤੇ ਦੋਸ਼ ਲੱਗਦੇ ਰਹੇ, ਇਹ ਤਾਂ ਰਲ ਕੇ ਖੇਡਦੇ। ਬਿਲਕੁਲ। ਉਹਨਾਂ ਧਿਰਾਂ ਦੇ ਸਾਹਮਣੇ ਕ੍ਰੈਡੀਬਿਲਿਟੀ ਦਾ ਸਵਾਲ ਖੜਾ ਹੋ ਗਿਆ। ਲੋਕ ਮੂੰਹ ਤੇ ਆਖਣ ਲੱਗ ਪਏ। ਨਾਲ ਬੈਠੇ ਜਿਹੜੇ ਕੁਸਕਦੇ ਨਹੀਂ ਸੀ ਐਮਐਲਏ ਕਹਿੰਦੇ, ਸਰਦਾਰਾ ਮੂੰਹ ਕੀ ਦਿਖਾਈਏ। ਲੋਕ ਜਾਂਦਿਆਂ ਪੁੱਛਦੇ ਆ ਕੀਤਾ ਕੀ ਜੇ। ਬਿਲਕੁਲ ਨਹੀਂ, ਲੋਕ ਤਾਂ ਪਹਿਲਾਂ ਵੀ ਪੁੱਛਦੇ ਸੀ, ਇਹ ਨਹੀਂ ਹੈ। ਲੋਕ ਪਹਿਲਾਂ ਵੀ ਸਵਾਲ ਕਰਦੇ ਸੀ, ਲੇਕਿਨ ਪਹਿਲਾਂ ਐਮਐਲਏ ਜਾਂ ਮੰਤਰੀਆਂ ਦੇ ਜਿਹੜੇ ਸਵਾਲ ਸੀ ਉਹਨਾਂ ਨੂੰ ਇਹ ਕਹਿ ਕੇ ਚੁੱਪ ਕਰਾਇਆ ਜਾਂਦਾ ਸੀ ਕਿ ਆਰਾਮ ਨਾਲ ਚੱਲਣ ਦਿਓ, ਸਭ ਠੀਕ ਹੈ। ਲੇਕਿਨ ਹੁਣ ਕਿਉਂਕਿ ਮੁੱਦਾ ਜਿਹੜਾ ਆ ਉਹ ਵੱਡਾ ਆ, ਸਵਾਲ ਜਿਹੜਾ ਆ ਉਹ ਐਡਾ ਕੁ ਵੱਡਾ, ਜਿਸ ਸਵਾਲ ਨੇ ਸੱਤਾ ਦਵਾਈ ਸੀ, ਉਹ ਸਵਾਲ ਜਦੋਂ ਦੁਬਾਰਾ ਸਾਹਮਣੇ ਦੈਂਤ ਬਣ ਕੇ ਖੜ ਗਿਆ ਤੇ ਫਿਰ ਲੱਗਦਾ ਕਿ ਹੁਣ ਸੱਤਾ ਤੇ ਵੱਖਰੀ ਦੂਰ ਆ, ਹੋਂਦ ਵੀ ਜਾਂਦੀ ਰਹਿਣੀ ਆ। 2022 ਸਿਰ ਤੇ ਆਣ ਖੜੀ ਆ, ਲੇਕਿਨ ਸਾਰੀਆਂ ਧਿਰਾਂ ਨੂੰ ਕੁਦਰਤ ਨੇ ਐਸੇ ਸਵਾਲ ਪਾਤੇ ਜਿਨ੍ਹਾਂ ਦੇ ਹੱਲ ਉਹਨਾਂ ਦੇ ਕੋਲ ਨਹੀਂ, ਜਿਨ੍ਹਾਂ ਦੇ ਸੋਲੂਸ਼ਨ ਹੈ ਨਹੀਂ। ਇਸ ਵੇਲੇ ਮੰਥਨ ਹੈ, ਮੱਥਾ ਪੱਚੀ ਆ। ਇਸ ਵੇਲੇ ਇੱਕ ਤਰ੍ਹਾਂ ਨਾਲ ਕਸ਼ਮਕਸ਼ ਹੈ, ਗਹਿਗਚ ਬੇਚੈਨੀ ਹੈ। ਹੱਲ ਕੋਈ ਨਹੀਂ ਨਿਕਲਦਾ, ਰਾਹ ਕਿਸੇ ਨੂੰ ਨਹੀਂ ਦਿਸਦਾ। ਸਾਰੀਆਂ ਧਿਰਾਂ ਅਸਮੰਜਸ ਨੇ, ਹੁਣ ਕਿਹੜੇ ਰਾਹ ਪਈਏ, ਕਿਉਂਕਿ ਸਾਰੇ ਪਾਸੇ ਪੈਂਡੇ ਬਹੁਤ ਵਿਖੜੇ ਨੇ। ਨਵਜੋਤ ਸਿੰਘ ਸਿੱਧੂ ਬਹੁਤ ਪਿਆਰ ਮਿਲਣ ਦੇ ਬਾਵਜੂਦ ਫੈਸਲਾ ਕਰਨ ਦੀ ਸਥਿਤੀ 'ਚ ਆ ਹੀ ਨਹੀਂ ਸਕੇ। 2017 ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਸਮਾਂ ਹੈ ਨਹੀਂ, ਇਸ ਵਾਰੀ ਸੋਚੀ ਜਾਂਦੇ ਸਮਾਂ ਆ ਲੈਣ ਦਿਓ। ਮੈਨੂੰ ਲੱਗਦਾ ਹੈ ਕਿ ਸੱਤਾ ਤੋਂ ਉਰੇ ਕਿਸੇ ਨੂੰ ਘੱਟ ਕੱਖ ਨਹੀਂ ਚਾਹੀਦਾ। ਲੇਕਿਨ ਪੰਜਾਬ ਦੇ ਲੋਕਾਂ ਨੇ ਸੰਤਾਪ ਭੋਗਿਆ, ਤਕਲੀਫਾਂ ਹੰਢਾਈਆਂ ਨੇ। ਕਿਸਾਨੀ ਮੌਕੇ ਦੇ ਉੱਤੇ ਜਿਹੜੇ ਮਸਲੇ ਬਣੇ ਆ, ਇਹਨਾਂ ਦੇ ਵਿੱਚ ਕੋਈ ਧਿਰ ਸੀਗੀ ਨਹੀਂ ਜਿਹੜੀ ਕੇਂਦਰ ਦੇ ਅੱਗੇ ਮਸਲੇ ਰੱਖਦੀ। ਕਿਸਾਨ ਜਥੇਬੰਦੀਆਂ ਕੋਈ ਸੰਗਠਿਤ ਥੋੜੀਆਂ ਸੀ, ਇਹ ਤਾਂ ਹੁਣ ਆ ਕੇ ਜਦੋਂ ਸਿਰ ਤੇ ਪਈ ਤੇ ਸਾਰੀਆਂ ਇਕੱਠੀਆਂ ਹੋਈਆਂ। ਸੰਗਠਿਤ ਤਾਂ ਉਹ ਲੋਕ ਸੀ ਜਿਹੜੇ ਵੋਟਾਂ ਲੈਂਦੇ ਰਹੇ, ਜਿਨ੍ਹਾਂ ਨੇ ਮੌਕਾ ਬਮੌਕਾ ਕੇਂਦਰ ਨਾਲ ਗੱਲ ਕਰਨੀ ਸੀ। ਬਾਦਲ ਕੇ ਭਾਈਵਾਲ ਸੀਗੇ, ਸੱਤਾ ਦੇ ਵਿੱਚ ਕੁਰਸੀ ਨਾਲ ਢਾਹ ਕੇ ਬਹਿੰਦੇ ਸੀ, ਨਿੱਠ ਕੇ ਬਹਿੰਦੇ ਸੀ। ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਆੜੀ ਸੀਗੀ ਸੱਤਾ ਦੇ ਸਿਖਰਲੇ ਪਾਵਿਆਂ ਨਾਲ। ਹੁਣ ਗੱਲ ਇਹ ਸੀ ਕਿ ਦੋਵੇਂ ਤਰ੍ਹਾਂ ਫੇਲ ਹੋ ਗਈਆਂ ਜਾਂ ਚੁੱਪ ਚਪੀਤੇ ਵਿਚਲੇ ਰਸਤਿਓਂ ਨਿਕਲ ਗਈਆਂ। ਕਿਸਾਨੀ ਮਹੀਨਿਆਂ ਬੱਧੀ ਹੁਣ ਤਾਂ ਸਾਲ ਹੋ ਗਿਆ, ਸਾਲ ਹੋ ਗਿਆ, ਰਾਵਾਂ 'ਚ ਖਲੋਤੀ ਆ ਕਿ ਕਿਸੇ ਨੇ ਘਰ ਦੇ ਮੰਜੇ ਤੇ ਲੱਕ ਲਾ ਕੇ ਨਹੀਂ ਦੇਖਿਆ। ਤੇ ਜੇ ਅੱਜ ਕੋਈ ਹੁੰਦੀ ਧਿਰ, ਉਹ ਕਹਿੰਦੇ ਸੀ ਨਾ ਸ਼ਾਹ ਮੁਹੰਮਦ ਕਿ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹੁਣ ਸਵਾਲ ਸਰਦਾਰ ਜੀ ਇਹ ਆ, ਪੰਜਾਬ ਦੀ ਧਿਰ ਕਿਹੜੀ? ਸੱਤਾ ਨਸ਼ੀਨ ਲੋਕ ਜਿਹੜੇ ਆ ਉਹ ਸੱਤਾ ਦੇ ਨਸ਼ੇ 'ਚ ਖੁਮਾਰੀਆਂ 'ਚ ਡੁੱਬੇ, ਤੇ ਲੋਕ ਜਿਹੜੇ ਆ ਉਹ ਸਰਦ ਰਾਤਾਂ 'ਚ ਉੱਥੇ ਭੁੰਜੇ ਸੌਂਦੇ ਰਹੇ। ਕਿਸੇ ਨੇ ਬਾਹ ਫੜੀ, ਸਵਾਏ ਬਿਆਨਾਂ ਦੇ, ਸਵਾਏ ਸਟੇਟਮੈਂਟ ਦੇ, ਨਾਲ ਖਲੋਤੇ ਹੋਣ ਦੇ ਦਾਅਵਿਆਂ ਦੇ। ਅਸੀਂ ਆਪ ਇਹ ਅੰਦੋਲਨ ਚਲਾ ਰਹੇ, ਇਹ ਕਹਿਣ ਦੇ। ਇਸ ਤੋਂ ਇਲਾਵਾ ਕਿਸੇ ਨੇ ਦਿੱਤਾ ਕੀ? ਕਿਸੇ ਨੇ 4 ਛਿੱਲੜਾਂ ਦਿੱਤੀਆਂ, ਕਿਸੇ ਨੇ ਪ੍ਰਬੰਧ ਕਰਾ ਕੇ ਦਿੱਤੇ। ਅਖੇ ਜੀ ਅਸੀਂ ਤਾਂ ਕਮੇਟੀਆਂ ਜਿਹੜੀਆਂ ਗੁਰੂ ਘਰ, ਉਹਨਾਂ ਤੋਂ ਲੰਗਰ ਪਹੁੰਚਾ ਰਹੇ ਆ, ਇਹ ਤਾਂ ਸੰਗਤ ਦਾ ਪੈਸਾ ਹੈ। ਔਰ ਇਹ ਸੰਗਤ ਜਿਹੜੀ ਗੁਰੂ ਘਰਾਂ ਦੇ ਵਿੱਚ ਪੈਸਾ ਦਿੰਦੀ ਆ, ਉਸ ਸੰਗਤ ਤੇ ਲਾਇਆ ਪੈਸਾ ਤਾਂ ਉਹਨਾਂ ਦਾ ਹੀ ਆ। ਬਾਕੀ ਉਹਨਾਂ ਪ੍ਰਬੰਧਕਾਂ ਦੀ, ਦੋਵਾਂ ਪ੍ਰਧਾਨਾਂ ਦੀ, ਬੀਬੀ ਜਗੀਰ ਕੌਰ ਔਰ ਸਿਰਸੇ ਦੀ ਮਿਹਰਬਾਨੀ ਕਿ ਉਹਨਾਂ ਕੀਤਾ। ਅਦਰਵਾਈਜ਼ ਪੰਜਾਬ ਦੀ ਸੱਤਾ ਝੂਠ ਦੇ ਤੇ ਮਾਣਦੇ ਰਹੇ ਤੇ ਮਾਣ ਰਹੇ ਲੋਕਾਂ ਦੇ। ਮੈਨੂੰ ਦੱਸੋ ਜ਼ਿੰਮੇਵਾਰੀਆਂ ਕਿੱਥੇ ਸੀ? ਬਿਲਕੁਲ। ਲੇਕਿਨ ਸਵਾਲ ਤੇ ਇਹ ਨਾ ਕਿ ਹੁਣ ਇੱਕ ਮੁੱਦਾ ਜਿਹੜਾ ਆ ਉਹ ਤੁਹਾਡੇ ਗਲੇ ਦੀ ਹੱਡੀ ਬਣਿਆ ਹੋਇਆ ਜੀ। ਜਿਹੜੀ ਕਿਸਾਨੀ 25 ਸਤੰਬਰ 2020 ਤੋਂ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਗਾਜੀਪੁਰ ਦੇ ਬਾਰਡਰ ਤੇ ਬੈਠੀ ਆ। ਉੱਥੇ ਇਸ ਸਮੇਂ ਦੌਰਾਨ 400 ਦੇ ਕਰੀਬ ਕਿਸਾਨ ਮਾਰੇ ਜਾ ਚੁੱਕੇ ਨੇ। ਬਿਲਕੁਲ ਮਾਰੇ ਗਏ। ਹੈ ਕਿਸੇ ਨੂੰ ਕੋਈ ਖੌਫ ਖੁਦਾ ਦਾ ਰਿਹਾ? ਔਰ ਹੁਣ ਉਹਦੇ ਤੋਂ ਵੱਡਾ ਜਿਹੜਾ ਆ ਤੁਹਾਡੇ ਜਿਹੜਾ ਹਾਈ ਕੋਰਟ ਦੀ ਜੱਜਮੈਂਟ ਆ ਗਈ ਆ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਜੀ, ਕਿ ਦੋਸ਼ੀ ਕੋਈ ਨਹੀਂ। ਸਰਦਾਰ ਜੀ ਹੁਣ ਮੇਰੀ ਗੱਲ ਸੁਣੋ, ਬਾਕੀ ਗੱਲਾਂ 'ਚ ਪਲ ਦੀ ਪਲ ਪਾਸੇ ਰੱਖਦੀ ਹੈ। ਤੁਸੀਂ ਪਹਿਲੀ ਗੱਲ ਬੜੀ ਸੋਹਣੀ ਕੀਤੀ ਸੀ
ਨਵਾਂ ਕਿਹੜਾ ਸਾਬਣ ਹੈ ਜਿਹੜਾ 4 ਸਾਲ ਦੇ ਦਾਗ ਧੋ ਦੂ? ਗੱਲ ਤੇ ਫਿਰ ਹੁਣ ਦਾਗ ਧੋਣ ਦੀ ਵਾਰੀ। ਸਰਦਾਰ ਜੀ ਜੇ ਤੁਸੀਂ ਥੋੜਾ ਜਿਹਾ, ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਜਰਾ ਬ੍ਰੇਨ ਖੋਲ ਕੇ ਦੇਖਿਓ, ਕੈਪਟਨ ਅਮਰਿੰਦਰ ਸਿੰਘ ਜਿੰਨੀ ਵੱਡੀ ਮੁਸ਼ਕਲ 'ਚ ਫਸ ਗਿਆ, ਜੇ ਉਹ ਆਪਣੇ ਕੈਰੀਅਰ, ਸਿਆਸੀ ਕੈਰੀਅਰ ਦੇ ਇਸ ਮਹਾਨ, ਇਸ ਮਹਾਜ਼, ਇਸ ਮੌਕੇ ਤੇ ਇਹ ਜਿਹੜਾ ਲੋਕਾਂ ਨੂੰ ਤਸਦੀਕ ਨਹੀਂ ਕਰ ਪਾਉਂਦੇ, ਜੇਕਰ ਉਹ ਉਮਰ ਦੇ ਇਸ ਪੜਾਅ ਤੇ 76ਵੇਂ 77ਵੇਂ 78ਵੇਂ ਸਾਲ 'ਚ ਆ ਕੇ ਲੋਕਾਂ ਨੂੰ ਇਹ ਨਹੀਂ ਦੱਸ ਪਾਉਂਦੇ, ਭਰੋਸਾ ਨਹੀਂ ਬਣਾ ਪਾਉਂਦੇ ਕਿ ਉਹਨਾਂ ਦੀ ਕੋਈ ਭੂਮਿਕਾ ਨਹੀਂ, ਉਹ ਰਲ ਕੇ ਨਹੀਂ ਖੇਡਦੇ, ਸ਼ਾਇਦ ਮੇਰੇ ਖਿਆਲ ਉਹਨਾਂ ਤੋਂ ਵੱਡਾ ਬੋਝ ਕਿਸੇ ਤੇ ਨਹੀਂ ਹੋਊਗਾ। ਕੈਪਟਨ ਅਮਰਿੰਦਰ ਸਿੰਘ ਬੋਝ ਲਾਉਣ ਲਈ ਕੀ ਕਰਨਗੇ ਮੈਨੂੰ ਦੱਸੋ? ਜੇ ਮੰਨ ਲਓ ਜੇ ਕੋਈ ਪੋਲੀਟੀਸ਼ੀਅਨ ਭੋਰਾ ਜਿੰਨਾ ਵੀ ਸਵੈਮਾਨ ਵਾਲਾ ਹੋਵੇ, ਜੇ ਪੋਲੀਟੀਸ਼ੀਅਨ ਨੂੰ ਆਪਣੇ ਕੈਰੀਅਰ ਦੀ ਜਿਹੜਾ ਇਤਿਹਾਸ ਪੜ੍ਹਦਾ ਤੇ ਲਿਖਦਾ ਹੈ, ਜੇ ਉਹਨੂੰ ਇਤਿਹਾਸ ਦੀ ਸਮਝ ਹੈ ਕਿ ਮੇਰੀ ਭੂਮਿਕਾ ਕਿੱਦਾਂ ਲਿਖੀ ਜਾਊਗੀ, ਤੇ ਫਿਰ ਉਹ ਡੈਫੀਨੇਟਲੀ ਇਸ ਵੇਲੇ ਇੱਥੋਂ ਸੋਚ ਰਹੇ ਹੋਣਗੇ ਕਿ ਕੋਈ ਐਸਾ ਤਰੀਕਾ ਕੱਢਾਂ, ਭਾਵੇਂ ਉਹਦੇ ਵਿੱਚ ਕੋਈ ਸੱਜਣ ਵੀ ਰਗੜਿਆ ਜਾਵੇ, ਭਾਵੇਂ ਕੁਝ ਵੀ ਹੋਵੇ। ਕੈਪਟਨ ਅਮਰਿੰਦਰ ਸਿੰਘ ਦੀ ਅਣਸਰ ਦੀ ਲੋੜ ਹਾਲਾਤ ਨੇ ਬਣਾਤੀ ਆ, ਕੁਦਰਤੀ ਵਰਤਾਰਿਆਂ ਨੇ ਬਣਾਤੀ ਆ, ਵਾਪਰੀਆਂ ਘਟਨਾਵਾਂ ਨੇ ਬਣਾਤੀ ਆ ਕਿ ਹੁਣ ਚਿਹਰਾ ਸਾਫ਼ ਦਿਖਾਉਣਾ ਪਊ, ਭਾਵੇਂ ਕੋਈ ਸੱਜਣ ਟੰਗਣੇ ਪੈਣ, ਜਾਂ ਸੱਚ ਨੂੰ ਸੱਚ ਕਹਿਣਾ ਪਊ, ਝੂਠ ਨੂੰ ਝੂਠ ਕਹਿਣਾ ਪਊ। ਜਨਰਲ ਜੇ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਕਹੀ, ਕਹਿੰਦੇ ਮੈਂ ਤਾਂ ਚੋਣ ਹਾਰਿਆ, ਤੁਸੀਂ ਤਾਂ ਜ਼ਮੀਰ ਹਾਰ ਗਏ। ਕਹਿੰਦੇ ਮੈਂ ਤਾਂ ਹਰਿਆ ਇਸ ਕਰਕੇ। ਕੱਲ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਨਾ ਸਿੱਧੂ ਨੂੰ ਕਿ ਜਨਰਲ ਜੇ ਸਿੰਘ ਵਕਤ ਜ਼ਮਾਨਤ ਜ਼ਬਤ ਕਰਾਓ, ਉਹ ਕਹਿੰਦੇ ਕਿ ਮੈਂ ਤਾਂ ਚੋਣ ਹਰਿਆ, ਬਿਲਕੁਲ ਤੁਸੀਂ ਤਾਂ ਜ਼ਮੀਰ ਹਾਰ ਗਏ। ਤੁਸੀਂ ਔਰ ਬਾਦਲਾਂ ਨੇ ਲੰਬੀ ਔਰ ਪਟਿਆਲੇ ਦਾ ਸੌਦਾ ਕਰਕੇ ਚੋਣ ਹਰਾਤੀ, ਮੈਨੂੰ ਮੈਂ ਮੰਨ ਲਿਆ। ਲੇਕਿਨ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਹੋਰ ਰੱਖਣ ਲੱਗਾ। ਤੁਸੀਂ ਕੈਪਟਨ ਸਾਹਿਬ ਦੀ ਉਮਰ ਦਾ ਜ਼ਿਕਰ ਕੀਤਾ ਅੱਜ, ਥੋੜਾ ਜਿਹਾ ਪਿਛਾਂਹ ਚੱਲ ਜਾਓ। ਕਦੇ ਇਸੇ ਉਮਰ ਦੇ ਪੜਾਅ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਸਨ, ਜਿਹੜੇ ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਸਨ। ਬਿਲਕੁਲ, ਆਖੇ ਸਾਡੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਮੈਨੂੰ ਤਾਂ ਪੰਜਾਬ 'ਚ ਕਹਿੰਦੇ ਸੀ ਕੀੜੀ ਤੁਰੀ ਫਿਰਦੀ ਦਿਸਦੀ। 25 ਸਾਲ ਦਾ ਸੁਪਨਾ, ਸੱਤਾ ਦਾ 25 ਸਾਲ ਦਾ ਸੁਪਨਾ, ਹੁਣ ਅੱਜ ਉਹ ਬਾਬਾ ਬੋੜ ਜਿਹੜਾ ਖਾਮੋਸ਼ ਕਿਉਂ ਆ? ਕਿਉਂਕਿ ਜਦੋਂ ਅਸੀਂ ਹਾਲਾਤ ਵੇਖਣੇ ਸੀ, ਸਾਜ਼ਗਾਰ ਬਣਾਉਣੇ ਸੀ, ਉਦੋਂ ਅਸੀਂ ਕਿਹਾ ਕਿ ਕੋਈ ਡਰ ਨਹੀਂ, ਦਿਸਦੀ ਤੇ ਕੀੜੀ ਵੀ ਹੈ ਸੜਕ ਦੇ ਉੱਤੇ, ਲੇਕਿਨ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਨਾ ਉਹ ਨਜ਼ਰ ਆਏ, ਤੇ ਜਿਨ੍ਹਾਂ ਨੇ ਗਾਂ ਗੋਲੀ ਚਲਾਉਣ ਦਾ ਆਰਡਰ ਦਿੱਤਾ ਨਾ ਉਹ ਨਜ਼ਰ ਆਏ। ਉਹੀ ਹਾਲਾਤ ਕੈਪਟਨ ਅਮਰਿੰਦਰ ਸਿੰਘ ਦੇ ਨੇ। ਅੰਦਰਲੇ ਦੱਸਦੇ ਆ ਸਰਦਾਰ ਸਾਹਿਬ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਅਸਰ ਕਰਕੇ ਘਰ ਨਹੀਂ ਬੈਠੇ। ਉਹ ਕਹਿੰਦੇ ਜੀ ਉਹ ਪੂਰੇ ਸਿਹਤਯਾਬ ਨੇ, ਔਰ ਉਹ 2 ਸਾਲਾਂ ਦੇ ਵਿੱਚ ਸਿਹਤ ਪੱਖੋਂ ਨੀਵੇਂ ਨਹੀਂ ਹੋਏ। ਉਹਨਾਂ ਨੂੰ ਪਰਿਵਾਰਕ ਸੰਕਟ ਜ਼ਰੂਰ ਪਏ ਨੇ, ਉਹਨਾਂ ਦੇ ਸਕੇ ਭਰਾ ਦੇ ਚਲੇ ਜਾਣ ਦਾ ਦੁੱਖ ਜ਼ਰੂਰ, ਠੀਕ ਹੈ ਜੀ, ਲੇਕਿਨ ਉਹ ਅਜੇ ਵੀ ਮਾਨਸਿਕ ਤੌਰ ਤੇ ਬਲਵਾਨ ਸੀ। ਪਰ ਘਟਨਾਵਾਂ ਇੰਜ ਵਾਪਰੀਆਂ, ਲੋਕਾਂ ਨੂੰ ਫੇਸ ਕਰਨ ਜਾਣ ਲੱਗਿਆ ਉਹਨਾਂ ਨੂੰ ਮੁਸ਼ਕਲ ਹੋ ਰਹੀ ਆ। ਉਹਨਾਂ ਨੂੰ ਇਹ ਸਮਝ ਨਹੀਂ ਆਇਆ ਕਿ ਆਖਰ ਕੀ ਕੁਝ ਵਾਪਰਿਆ, ਜਿਨੇ ਉਮਰ ਭਰ ਦੀ 50 ਸਾਲਾਂ ਦੀ ਕੀਤੀ ਕਤਰੀ ਇਸ ਮੌਕੇ ਤੇ ਆ ਕੇ ਲੋਕਾਂ ਨੂੰ ਫੇਸ ਕਰਨ ਲੱਗਿਆ, ਅੰਦਰਲੇ ਡਰ ਇਕੱਠੇ ਕਰਤੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੋਚਦੇ ਰਹੇ ਹੋਣਗੇ ਕਮੀਆਂ ਕਿੱਥੇ ਰਹੀਆਂ, 2015 ਚ ਕਿੱਥੇ ਮੈਂ ਸਮੇਂ ਸਿਰ ਫੈਸਲੇ ਨਹੀਂ ਲੈ ਸਕਿਆ, ਕਿਉਂ ਬੇਅਦਬੀ ਕਰਨ ਵਾਲਿਆਂ ਨੂੰ ਅਸੀਂ ਸਲਾਖਾਂ ਪਿੱਛੇ ਨਹੀਂ ਦੇ ਸਕੇ, ਕਿਉਂ ਇਨ ਟਾਈਮ ਜਾਂਚ ਨਹੀਂ ਹੋ ਸਕੀ, ਕਿੱਦਾਂ ਪੁਲਿਸ ਅਣਪਛਾਤੀ ਹੋ ਗਈ, ਕਿੱਦਾਂ ਗੋਲੀ ਚੱਲੀ, ਕਿੱਦਾਂ ਲੋਕ ਮਾਰੇ ਗਏ। ਮੈਂ ਮੁੱਖ ਮੰਤਰੀ ਸੀ, ਮੇਰਾ ਪੁੱਤਰ ਗ੍ਰਹਿ ਮੰਤਰੀ ਸੀਗਾ, ਡੀਜੀਪੀ ਅਸੀਂ ਹੱਥੀ ਲਾਇਆ ਸੀ, ਆਖਰ ਕਿਹੜੇ ਏਡੇ ਜ਼ੋਰਾਵਰ ਪੁਲਿਸ ਅਫਸਰ ਨੇ ਸਾਡੇ ਪੁੱਛੇ ਬਿਨਾਂ ਗੋਲੀ ਚਲਾਤੀ? ਕਦੇ ਇਹ ਸਵਾਲ ਸੌਣ ਵੀ ਨਹੀਂ ਦਿੰਦੇ ਹੁੰਦੇ ਸਰਦਾਰ ਜੀ। ਸੋਚਣਾ ਤੇ ਇਹਦੇ ਤੋਂ ਦੂਰ ਵੀ ਬਣਦਾ ਸੀ, ਪਰੇ ਵੀ ਬਣਦਾ ਸੀ ਜੀ, ਕਿ 1978 ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ ਸੀ, ਉਦੋਂ ਕਿੱਦਾਂ ਉਹਨਾਂ ਨੂੰ ਵੀ ਲੋਕਾਂ ਨੂੰ ਕਲਾਵੇ ਚ ਲੈ ਲਿਆ ਜਿਹੜੇ ਪੰਜਾਬ ਦੇ ਨਾਲ ਤੁਰਨ ਨੂੰ ਤਿਆਰ ਵੀ ਨਹੀਂ ਸਨ ਜੀ। 40 ਸਾਲ ਥੋੜੇ ਨੇ, 1978 ਚ ਸੱਤਾ ਸੰਭਾਲੀ, ਤੁਰੇ ਆਏ, ਕਿਸੇ ਰਾਹ ਦੇ ਵਿੱਚ ਕਿਸੇ ਨੂੰ ਖੰਘਣ ਹੀ ਨਹੀਂ ਦਿੱਤਾ। ਚਾਹੇ ਕੋਈ ਸੀ ਗੁਰਚਰਨ ਸਿੰਘ ਟੋਡੇ ਵਰਗਾ ਸ਼ਖਸ ਜਿਹੜਾ ਰਾਜ ਸਭਾ ਤੇ ਲੋਕ ਸਭਾ 'ਚ 6 ਵਾਰੀ ਗਿਆ ਸੀ, ਸ਼੍ਰੋਮਣੀ ਕਮੇਟੀ ਦਾ ਘਾਗ ਪ੍ਰਧਾਨ ਮੰਨਿਆ ਜਾਂਦਾ ਸੀ, ਘਾਗ ਸਿਆਸਤਦਾਨ ਸੀ। ਅਸੀਂ ਇਸ ਤਰ੍ਹਾਂ ਵਾਰ ਕੱਢਿਆ ਜਿੱਦਾਂ ਮੱਖਣ ਚੋਂ ਵਾਲ ਬਾਹਰ ਕੱਢੀ ਦਾ, ਲੇਕਿਨ 40 ਸਾਲ ਬਾਅਦ ਸਾਰਾ ਕੁਝ ਹੱਥੋਂ ਘਿਰ ਗਿਆ। ਸੋਚਣਾ ਤੇ ਉਹ ਵੀ ਬਣਦਾ ਕਿ ਜਦੋਂ ਅਸੀਂ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹੀ ਗੱਲ ਅੱਜ ਤੁਸੀਂ 4 ਸਾਲ ਦਾ ਜਦੋਂ ਕਰ ਰਹੇ ਹੋ ਨਾ, ਚਿੱਠਾ ਕੱਢ ਰਹੇ ਹੋ, ਤੁਹਾਨੂੰ ਯਾਦ ਆ ਕਿ ਕਿੰਨੀ ਵਾਰੀ ਇਹ ਖਬਰਾਂ ਬਾਹਰ ਆਈਆਂ ਕਿ ਕਦੇ ਮੰਤਰੀ ਕਦੇ ਵਿਧਾਇਕ ਕੈਪਟਨ ਸਾਹਿਬ ਨੂੰ ਕਹਿੰਦੇ ਰਹੇ
ਕਿ ਆ ਜਿਹੜੇ ਮਾਫੀਏ ਦੇ ਚਿੱਠੇ ਸਾਡੇ ਨਾਂ ਤੇ ਸੀ, ਜਿਹੜਾ ਅਸੀਂ ਸਹੁੰ ਚੁੱਕੀ ਸੀ, ਲੋਕ ਜਵਾਬ ਮੰਗਦੇ ਜੇ। ਉਦੋਂ ਕੀ ਹੁੰਦਾ ਸੀ ਕਿ ਫਲਾਣੇ ਨੂੰ ਚਾਹ ਪਿਲਾਤੀ ਹੈ, ਦੂਜੇ ਨੂੰ ਲੰਚ ਕਰਾ ਦਿੱਤਾ। ਚਾਹ ਲੰਚ ਤੇ ਡਿਨਰ ਤੱਕ ਸੀਮਤ ਰਹੇ ਆ। ਲੇਕਿਨ ਹੁਣ ਹਾਲਾਤ ਇਹ ਆ ਕਿ ਜਿਹਨੂੰ ਪੰਜਾਬੀ ਜੀ ਕਹਿੰਦੇ ਕਿ ਹੱਥ ਆਪਣੇ ਗਲਮੇ ਨੂੰ ਪੈ ਚੁੱਕਾ। ਹੁਣ ਇਹ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਚੁਣੌਤੀ ਦਿੱਤੀ ਆ, ਉਹਨੇ ਕਿਹਾ ਕਿ ਹੋਂਦ ਤੁਹਾਡੀ ਜਿਹੜੀ ਆਪਣੀ ਹੈ ਨਾ ਇੱਛਾ ਸ਼ਕਤੀ, ਤੁਹਾਡੀ ਨੀਅਤ ਦਾ ਸਵਾਲ ਹੈ, ਤੁਹਾਡੀ ਜਿਹੜੀ ਫਿਤਰਤ ਹੈ, ਲੋਕ ਚੁਣੌਤੀ ਦੇਣਗੇ ਵੀ ਹੁਣ ਦੱਸੋ ਕੀ ਕੀਤਾ ਜੀ। ਉਹ ਕਹਿੰਦੇ इधर उधर की ना बात कर, हाँ ये बता कि काफला लुटा कैसे, काफला क्यों लुटा। हाँ ये सवाल सच्चियों ਵੱਡਾ ਹੈ ਕਿ ਜਦੋਂ ਤੁਸੀਂ ਪੂਰੇ ਸੂਬੇ ਦੀ ਸਿਆਸਤ ਨੂੰ ਔਰ ਸੂਬੇ ਦੇ ਪ੍ਰਸ਼ਾਸਕੀ ਅਮਲ ਨੂੰ ਕੰਟਰੋਲ ਕਰਦੇ ਹੋਵੋ ਜੀ, ਉਸ ਵੇਲੇ ਤੁਹਾਡੇ ਜ਼ਿੰਮੇ ਸਭ ਤੋਂ ਅਹਿਮ ਸਵਾਲ ਲੋਕਾਂ ਦੀ ਆਸਥਾ ਤੇ ਕ੍ਰੈਡੀਬਿਲਿਟੀ ਦਾ ਹੁੰਦਾ, ਭਰੋਸੇਯੋਗਤਾ ਦਾ, ਤੁਹਾਡੇ 'ਚ ਵਿਸ਼ਵਾਸ ਬਣਿਆ ਰਵੇ। ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਆਪਸੀ ਸੰਕਟ ਹੈ, ਇਹ ਸੰਕਟ ਪੁਰਾਣਾ ਹੈ। ਇਹ ਸੰਕਟ ਨੂੰ ਤੁਸੀਂ ਇਹ ਸਮਝ ਲਓ ਕਿ ਸੱਤਾ ਦੇ ਵਿੱਚ ਸਭ ਤੋਂ ਉੱਪਰ ਹੋਣ ਦਾ ਸੰਕਟ ਹੈ, ਈਗੋ ਦਾ ਸੰਕਟ ਹੈ। ਵੈਸੇ ਅੱਜ ਇੱਕ ਅਖਬਾਰ ਨੇ, ਟ੍ਰਿਬਿਊਨ, ਪੰਜਾਬੀ ਦੀ ਟ੍ਰਿਬਿਊਨ ਅਖਬਾਰ ਨੇ ਲਿਖਿਆ ਕਿ ਖੋਰੇ ਪਟਿਆਲੇ ਦੀ ਜ਼ਮੀਨ ਨੂੰ ਹੀ ਵਾਰਿਆ ਵੀ ਇੱਥੇ ਘਾਗ ਖਹਿੰਦੇ ਨੇ ਆਪਸ ਵਿੱਚ। ਉਹ ਜ਼ਿਕਰ ਕਰ ਰਿਹਾ ਅਖਬਾਰ 'ਚ ਵੀ ਕਦੇ ਗੁਰਚਰਨ ਸਿੰਘ ਟੌੜਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਵੀ ਕੋਈ ਵਖਰੇਵਾਂ ਹੋਇਆ ਸੀ ਤੇ ਉਦੋਂ ਕੈਪਟਨ ਸਾਹਿਬ ਅਕਾਲੀ ਦਲ 'ਚੋਂ ਬਾਹਰ ਹੋ ਗਏ ਸਨ। ਉਸ ਤੋਂ ਬਾਅਦ ਗੱਲ ਤੁਰਦੀ ਤੁਹਾਡੇ ਵੀ ਕਿਸੇ ਟਾਈਮ ਪ੍ਰੇਮ ਸਿੰਘ ਚੰਦੂਮਾਜਰਾ, ਉਹਨਾਂ ਦੀ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਕੋਈ ਵਿਚਾਰਧਾਰਕ ਵਖਰੇਵਾਂ ਸੀ ਤੇ ਚੰਦੂਮਾਜਰਾ ਵੀ ਹਾਸ਼ੀਏ ਤੇ ਚਲੇ ਗਏ। ਲੇਕਿਨ ਅੱਜ ਹਾਲਾਤ ਜਿਹੜੇ ਨੇ ਕਿ ਹੁਣ ਦੋਨੇ ਹੀ ਪਟਿਆਲਾ ਦੇ ਨੇ, ਨਵਜੋਤ ਸਿੱਧੂ ਵੀ ਤੇ ਕੈਪਟਨ ਸੀ, ਅੱਜ ਵੀ ਦੋਨੇ ਆ। ਲੇਕਿਨ ਹੁਣ ਛੋਟੇ ਨੂੰ ਜਿਹਨੂੰ ਕਹਿੰਦੇ ਕਿ ਤੂੰ ਬਾਹਰ ਕੱਢਿਆ ਜਾ, ਨਹੀਂ ਸਰ, ਇਹ ਇੱਕ ਪਹਿਲੂ ਆ, ਇਹ ਇੱਕ ਪਹਿਲੂ ਆ। ਉਹ ਜਿਹੜੇ ਹਾਲਾਤ ਉਹ ਅੱਜ ਵੀ ਨੇ, ਅੱਜ ਵੀ ਅਕਾਲੀ ਦਲ ਦੇ ਸਾਹਮਣੇ ਉਹੀ ਹਾਲਾਤ ਨੇ। ਜਦੋਂ ਕਦੇ ਟੌੜਾ ਵੱਖ ਹੋ ਗਏ ਬਾਦਲ ਸਾਹਿਬ ਨਾਲੋਂ, ਔਰ ਸਰਕਾਰ ਜਿਹੜੀ ਆ ਰਿਪੀਟ ਨਹੀਂ ਹੋ ਸਕੀ, ਸਰਕਾਰ ਬਣਦੀ ਰਹਿ ਗਈ। ਇਸ ਵਾਰੀ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਕਈ ਵੱਡੇ ਥੰਮਾਂ ਨਾਲ ਬਾਹਰ ਨੇ। ਜੇ ਸਰਕਾਰ ਸਰਕੂਰ ਬਣਾਉਣੀ ਵੀ ਹੁੰਦੀ, ਜੇ 2015 ਦੀ ਇੱਕ ਢਨਾਵਾਂ ਬੇਅਦਬੀ ਵਾਲੀਆਂ ਸਾਹਮਣੇ ਨਾ ਵੀ ਹੁੰਦੀਆਂ, ਤਾਂ ਵੀ ਜਿੱਡਾ ਵੱਡਾ ਰਫੜ ਅੰਦਰ ਬਾਹਰ ਹੈ, ਉਹਨੇ ਰਫੜ ਨੇ ਸਰਕਾਰ ਨਹੀਂ ਸੀ ਬਣ ਦੇਣੀ। ਹੁਣ ਤਾਂ ਸੋਚਣਾ ਵੀ ਛੱਡ ਦੇਣ। ਕਾਲੀਆਂ ਨੂੰ ਸ਼ਾਇਦ ਇਸ ਗੱਲ ਦਾ, ਜਾਂ ਬਾਦਲਕਿਆਂ ਨੂੰ ਇਸ ਗੱਲ ਦਾ ਸ਼ਾਇਦ ਹਰਖ ਹੋਵੇ ਕਿ ਪਤਾ ਨਹੀਂ ਵਾਪਰ ਕੀ ਰਿਹਾ। ਜੇਕਰ ਇਹ ਜਿਸ ਤਰੀਕੇ ਨਾਲ ਜਾਂਚ ਹੋ ਰਹੀ ਸੀ, ਕੋਰਟ ਦੇ ਵਿੱਚ ਕੇਸ ਚੱਲਦੇ ਸੀ, ਸ਼ਾਇਦ ਸਾਲਾਂ ਤੱਕ ਲਟਕ ਜਾਂਦੇ। ਲੇਕਿਨ ਜਿਵੇਂ ਇਹਨਾਂ ਦਾ ਖਾਤਮਾ ਹੋਇਆ, ਜਿਵੇਂ ਅੱਜ ਬੀਤੇ ਕੱਲ ਇੱਕ ਕੋਰਟ ਨੇ ਸ਼ਾਇਦ ਕੋਟਕਪੂਰਾ ਮਾਮਲੇ ਨੂੰ ਉਹਦੀ ਫਾਈਲ ਬੰਦ ਕਰਨ ਲਈ ਕਹਿਤਾ। ਇਹ ਸਾਰੇ ਦਾ ਸਾਰਾ ਸਰਦਾਰ ਜੀ ਲੋਕ ਇਹ ਪੁੱਛਦੇ ਨੇ, ਕਹਿੰਦੇ ਕਿ ਚਲੋ ਮੰਨ ਲਿਆ ਕਿ ਹਾਈ ਕੋਰਟ ਦਾ ਫੈਸਲਾ ਖਿਲਾਫ ਆ ਗਿਆ। ਕੱਲ ਜਦੋਂ ਨਹੀਂ, ਗੱਲ ਸੁਣ ਲਓ ਕਿ ਹਾਈ ਕੋਰਟ ਦਾ ਫੈਸਲਾ ਖਿਲਾਫ ਆ ਗਿਆ, ਮੰਨ ਲਿਆ। ਕੁੰਵਰ ਵਿਜੇ ਪ੍ਰਤਾਪ ਦੀ ਜਾਂਚ 'ਚ 100 ਖਾਮੀਆਂ ਮੰਨ ਲਈਆਂ, ਇਹ ਵੀ ਮੰਨ ਲਿਆ ਕਿ SIT ਦੇ ਵਿੱਚ ਆਪਸੀ ਰਫੜ ਸੀ, ਇਹ ਵੀ ਮੰਨ ਲਿਆ ਕਿ ਸਰਕਾਰ ਵੀ ਫੇਲ ਹੋ ਗਈ। ਇਹ ਤਾਂ ਦੱਸੋ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ, ਖੰਡਿਤ ਹੋਏ, ਉਸ ਤੋਂ ਬਾਅਦ ਧਰਨੇ ਮੁਜ਼ਾਹਰੇ ਹੋਏ, ਗੋਲੀ ਚੱਲੀ, ਬੰਦੇ ਮਰੇ, ਪੁਲਿਸ ਅਣਪਛਾਤੀ ਹੋਈ, ਜੋਰਾ ਸਿੰਘ ਕਮਿਸ਼ਨ ਬਣਿਆ, ਰਿਪੋਰਟ ਨਾ ਲਈ ਗਈ, ਕੋਈ ਕਾਰਵਾਈ ਨਾ ਹੋਈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਟਾਰਗੇਟ ਤੇ ਲਿਆ ਗਿਆ। ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੂੰ ਟਾਰਗੇਟ ਤੇ ਲਿਆ ਗਿਆ, ਸਾਰੀਆਂ ਜਾਂਚਾਂ ਕਰਨ ਵਾਲਿਆਂ ਨੂੰ ਟਾਰਗੇਟ ਤੇ ਲਿਆ ਗਿਆ। ਉਹ ਕਹਿੰਦੇ ਲੋਕ ਪੜਾ ਦਰ ਪੜਾ ਇਹ ਕਿਵੇਂ ਭੁੱਲ ਜਾਣ ਕਿ ਸਭ ਕੁਝ ਸੱਚ ਹੈ ਜੋ ਅੱਜ ਦੇ ਦਿਨ 'ਚ ਵਾਪਰਿਆ। ਲੇਕਿਨ ਉਹ ਵੀ ਸੱਚ ਹੈ ਕਿ ਜਦੋਂ ਡੇਰਾ ਸਿਰਸਾ ਦੇ ਸਾਧ ਨੂੰ ਮਾਫੀ ਮਿਲਦੀ ਆ, ਸ਼੍ਰੋਮਣੀ ਕਮੇਟੀ ਜਿਹੜੀ ਆ ਉਦੋਂ ਇਸ਼ਤਿਹਾਰ ਦਿੰਦੀ ਆ 92 ਲੱਖ, ਉਸ ਤੋਂ ਅੱਗੇ ਆਉਂਦਿਆਂ ਜਿੰਨੀਆਂ ਘਟਨਾਵਾਂ ਕਿੱਥੇ ਛੱਡ ਆਓਗੇ, ਕਿਹੜੇ ਖੂਹ 'ਚ ਪਾ ਦਿਓ, ਬੋਲਦੀਆਂ ਨੇ, ਕੰਧਾਂ ਬੋਲਦੀਆਂ ਨੇ, ਚੀਖਾਂ ਸਾਫ਼ ਸੁਣਦੀਆਂ ਨੇ ਉਹਨਾਂ ਕਤਲ ਹੋਇਆਂ ਦੀਆਂ, ਉਹਨਾਂ ਦੇ ਪਰਿਵਾਰਾਂ ਦੀਆਂ, ਜਿਹੜੇ ਸ਼ਾਂਤਮਈ ਉਸ ਦਿਨ ਸਵੇਰੇ ਨਿਤਨੇਮ ਕਰਦੇ ਸੀਗੇ। ਪੁਲਿਸ ਨੇ ਗੋਲੀ ਚਲਾਈ ਜਾਂ ਨਹੀਂ ਚਲਾਈ, ਇੱਕ ਜਾਂਚ ਦੇ ਵਿਸ਼ੇ ਨੇ। ਕਿਹੜੇ ਹਥਿਆਰ ਨਾਲ ਚੱਲੀ, ਜਾਂਚ ਦੇ ਵਿਸ਼ੇ ਨੇ। ਪੁਲਿਸ ਦੇ ਵਿੱਚ ਲੋਕ ਅਣਪਛਾਤੇ ਹੋ ਗਏ, ਜਾਂਚ ਦੇ ਵਿਸ਼ੇ ਨੇ। ਲੇਕਿਨ ਮਰੇ ਤਾਂ ਲੋਕ ਹੈ, ਘਟਨਾਵਾਂ ਵਾਪਰੀਆਂ ਤਾਂ ਹੈ, CCTV ਫੁਟੇਜ ਤਾਂ ਹੈ, ਕਮਿਸ਼ਨਾਂ ਦੀਆਂ ਜਾਂਚਾਂ ਤਾਂ ਹੈ, SIT ਨੇ ਕੁਝ ਤਾਂ ਖੰਗਾਲਿਆ ਹੋਊ। ਕਿੱਥੇ ਭੁੱਲ ਆਓਗੇ, ਕਿੱਥੇ ਛੱਡ ਆਓਗੇ? ਇਹਨਾਂ ਰਾਵਾਂ ਤੇ ਡਰ ਆਉਣੇ ਨੇ ਸਰਦਾਰ ਜੀ। ਦੇਖੋ, ਉਹ ਜਦੋਂ ਬਕਾਇਦਾ
ਤੁਹਾਡੇ ਆਪਣੇ ਤਖਤ ਦਾ ਜਥੇਦਾਰ ਹੂੰ। ਗਿਆਨੀ ਗੁਰਮੁਖ ਸਿੰਘ ਹੂੰ ਐਲਾਨੀਆ ਕਹਿ ਰਿਹਾ ਕਿ ਮੈਂ ਵੀ ਗਿਆ ਜੀ ਚੰਡੀਗੜ੍ਹ, ਮੈਨੂੰ ਵੀ ਸੱਦਿਆ ਸੀ, ਗਿਆਨੀ ਗੁਰਬਚਨ ਸਿੰਘ ਵੀ ਗਏ ਨੇ, ਗਿਆਨੀ ਮਲ ਸਿੰਘ ਵੀ ਗਏ ਨੇ, ਔਰ ਬਾਦਲ ਦੀ ਸਰਕਾਰੀ ਕੋਠੀ 'ਚ ਗਏ ਨੇ। ਉੱਥੇ ਸਾਨੂੰ ਹਦਾਇਤ ਕੀਤੀ ਗਈ ਕਿ ਮਾਫੀ ਦਿਓ। ਹੂੰ ਆਖਰ ਗਿਆਨੀ ਗੁਰਮੁਖ ਸਿੰਘ ਨੂੰ ਇਹ ਰਿਕਾਰਡ ਤੇ ਕਿਹਾ ਉਹਨੇ? ਬਿਲਕੁਲ, ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ ਅਕਾਲ ਤਖਤ ਸਨ ਔਰ ਕਾਰਜਕਾਰੀ ਜਥੇਦਾਰ ਤਖਤ ਆਪਣਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਨ। ਉਹਨਾਂ ਨੂੰ ਹੈੱਡ ਗ੍ਰੰਥੀ ਦਾ ਅਹੁਦਾ ਵੀ ਖੋਹ ਲਿਆ ਤੇ ਉਹਨਾਂ ਨੂੰ ਜਥੇਦਾਰੀ ਵੀ ਖੋਹ ਲਈ ਤੇ ਧਮਤਾਨ ਸਾਹਿਬ ਜੀ ਗ੍ਰੰਥੀ ਲਾ ਦਿੱਤਾ ਗਿਆ। ਕਿਉਂ ਲਾਇਆ? ਜੇ ਉਸਨੇ ਸੱਚ ਕਿਹਾ ਸੀ ਤਾਂ ਹੀ ਲਾਇਆ। ਨਹੀਂ, ਉੱਥੇ ਵੀ ਫਰਕ ਹੈ ਜੀ। ਫਿਰ ਬਦਲੀਆਂ ਵੀ ਹੋ ਗਈਆਂ, ਫਿਰ ਬਿਆਨ ਮੈਂ ਕਿਹਾ ਵਾਪਸ ਜੀ, ਵੀ ਹੋ ਰਾਤ ਨੂੰ ਨਾ ਉਹਨਾਂ ਬਿਆਨ ਨਹੀਂ ਵਾਪਸ ਲਿਆ। ਨਹੀਂ ਲਿਆ। ਨਾ ਜਦੋਂ ਪਤਾ ਲੱਗ ਗਿਆ ਵੀ ਹੁਣ ਜਾਂਚ ਤੁਰ ਪਈ ਅੱਗੇ, SIT ਦੀ ਵਾਰੀ ਆ ਗਈ ਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਜਦੋਂ ਜਾਂਚ ਤੁਰ ਪਈ, SIT ਵੱਲ ਤੁਰ ਪਈ, ਤੇ ਉਦੋਂ ਸਾਨੂੰ ਯਾਦ ਆ ਕਿ 1 ਅਗਸਤ ਦੀ ਰਾਤ ਨੂੰ 10 ਵਜੇ ਗਿਆਨੀ ਗੁਰਮੁਖ ਸਿੰਘ ਹੋਰੀ ਆ ਕੇ ਆਪਣੀ ਹਾਜ਼ਰੀ ਲਾਉਂਦੇ ਨੇ ਅਕਾਲ ਤਖਤ ਸਾਹਿਬ ਦੇ ਹਾਜ਼ਰੀ ਰਜਿਸਟਰ ਦੇ ਵਿੱਚ। ਅੱਜ ਅਕਾਲ ਤਖਤ ਸਾਹਿਬ ਦੇ ਉੱਤੇ 2 ਹੈੱਡ ਗ੍ਰੰਥੀ ਨੇ ਜੀ, ਇੱਕ ਗਿਆਨੀ ਮਲਕੀਤ ਸਿੰਘ ਹੋਰੀ, ਇੱਕ ਗਿਆਨੀ ਗੁਰਮੁਖ ਸਿੰਘ ਹੋਰੀ ਜੀ। ਸੋ ਜਦੋਂ ਤੁਸੀਂ ਇੰਨਾ ਕੁ ਸੋਚਦੇ ਹੋ, ਆਖਰ ਫੈਸਲੇ ਤੁਹਾਡੇ ਨੇ। ਦੋ ਧਿਰਾਂ ਇਸ ਮਾਮਲੇ ਨੇ ਐਕਸਪੋਜ਼ ਕਰਤੀਆਂ। 2 ਧਿਰਾਂ ਨੂੰ ਸਫਾਈਆਂ ਦੇਣ ਲਈ ਮਜਬੂਰ ਹੋਣਾ ਪਿਆ ਤੇ ਦੋਵੇਂ ਧਿਰਾਂ ਨੂੰ ਸਮਝ ਨਹੀਂ ਆ ਰਹੀ ਕਿ ਆਖਰ ਪੈਂਤੜਾ ਕਿਹੜਾ ਮੱਲੀਏ ਜਿੱਥੇ ਅਸੀਂ ਥੋੜੇ ਜਿਹੇ ਸਾਫ਼ ਨਜ਼ਰ ਆਈਏ। ਔਰ ਤੀਸਰੀ ਗੱਲ, ਲੇਕਿਨ ਕੁਦਰਤ ਦਾ ਨਿਜ਼ਾਮ ਤੇ ਵਿਧਾਨ ਹੈ ਸਰਦਾਰ ਸਾਹਿਬ, ਰਾਹ ਨਹੀਂ ਜਿੱਥੇ ਆਉਂਦੇ। ਤੀਸਰੀ ਗੱਲ, ਜਿਹੜੀ ਵੀ ਧਿਰ ਹੁਣ ਆ ਰਹੀ ਆ, ਕੱਲ ਤੱਕ ਇਹ ਦੋਸ਼ ਲਾਉਂਦੇ ਸੀ ਬਾਦਲ ਦਲ ਵਾਲੇ ਵੀ ਇਹ ਤੇ ਸਿਆਸੀਕਰਨ ਕਰਤਾ ਸੀ, ਇਹ ਤੇ ਸਿਆਸਤ ਹੋ ਰਹੀ ਸੀ। ਲੇਕਿਨ ਜਦੋਂ ਤੁਸੀਂ ਸੀ, ਕੀ ਤੁਸੀਂ ਸਿਆਸੀ ਪਾਰਟੀ ਨਹੀਂ ਸੀ? ਜੀ। ਇਹਦਾ ਜਵਾਬ ਦੇਣ ਨੂੰ ਕੋਈ ਤਿਆਰ ਨਹੀਂ। ਹੁਣ ਗਾਂ ਜਿਹੜਾ ਫੈਸਲਾ ਕੱਲ ਉੱਥੇ ਹੋਇਆ ਗੁਰਦੁਆਰਾ ਅੰਬ ਸਾਹਿਬ ਕਿ ਅਸੀਂ ਉਸ ਜਿਹੜਾ ਫੈਸਲਾ ਅਦਾਲਤ ਦਾ, ਹਾਈ ਕੋਰਟ ਦਾ, ਉਸ ਫੈਸਲੇ ਦੀਆਂ ਕਾਪੀਆਂ ਸਾੜਨੀਆਂ ਨੇ। ਲੋਕ ਸਾਫ਼ ਕਹਿ ਰਹੇ ਨੇ ਜੋ ਫੈਸਲਾ ਕਰਨਾ ਕਰੋ, ਲੇਕਿਨ ਸਾਨੂੰ ਦੱਸੋ ਕਿ ਇਨਸਾਫ ਕਿਸ ਤਰ੍ਹਾਂ ਮਿਲਣਾ, ਸਰਦਾਰ ਸਾਹਿਬ ਦੋਸ਼ੀਆਂ ਨੂੰ ਸਜ਼ਾਵਾਂ ਕਿੱਦਾਂ ਮਿਲਣੀਆਂ। ਮੈਨੂੰ ਇੰਜ ਲੱਗਦਾ ਹੈ ਕਿ ਸ਼ਾਇਦ ਇਹ ਫੈਸਲਾ ਕਾਲੀ ਚ ਲਿਆ ਗਿਆ। ਹਾਲਾਂਕਿ ਇਸ ਫੈਸਲੇ ਦੇ ਮੌਕੇ ਤੇ ਭਾਈ ਰਣਜੀਤ ਸਿੰਘ ਜਿਹੜੇ ਬਹੁਤ ਸਿਆਣੇ ਨੇ ਜੀ, ਇਸ ਮੌਕੇ ਦੇ ਉੱਤੇ ਸੁਖਪਾਲ ਖਹਿਰਾ ਬੜੇ ਸਿਆਣੇ, ਬਿਲਕੁਲ ਇਸ ਮੌਕੇ ਦੇ ਉੱਤੇ ਪਰਮਿੰਦਰ ਢੀਂਡਸੇ ਤੋਂ ਲੈ ਕੇ ਕਾਫੀ ਸਿਆਣੇ ਲੋਕ ਸਾਰੇ। ਜਦੋਂ ਤੁਸੀਂ ਕਿਸੇ ਕੋਰਟ ਦੇ ਕਿਸੇ ਫੈਸਲੇ ਨੂੰ ਸਾੜਦੇ ਹੋ ਜੀ ਤੇ ਜਾਣੇ ਅਣਜਾਣੇ ਇੱਕ ਕੰਟੈਂਪਟ ਆਫ ਕੋਰਟ ਦਾ ਮਸਲਾ ਵੀ ਬਣ ਸਕਦਾ ਹੈ, ਇੱਕ ਪਹਿਲੂ ਜੀ। ਦੂਜਾ, ਕੀ ਇਸ ਕਾਗਜ਼ ਸਾੜਨ ਦੇ ਨਾਲ ਕੋਈ ਹਾਸਲ ਹੋਣ ਵਾਲਾ ਜੀ? ਤੀਜੀ ਗੱਲ, ਕੀ ਤੁਸੀਂ ਇਸ ਫੈਸਲੇ ਦੇ ਖਿਲਾਫ ਅਪੀਲ ਦਾ ਹੱਕ ਨਹੀਂ ਰੱਖਦੇ? ਕੀ ਤੁਸੀਂ ਤੁਹਾਡੀਆਂ ਆਰਗੇਨਾਈਜੇਸ਼ਨ ਸੰਸਥਾਵਾਂ ਰਾਈਟ ਨਹੀਂ ਰੱਖਦੀਆਂ? ਆਸਥਾ ਦਾ ਮਸਲਾ ਹੈ। ਜਿਹੜੀ ਸੰਵਿਧਾਨਕ ਅਪਰੋਚ ਹੈ, ਜਿਹੜਾ IPC ਹੈ, ਉਹਦੇ ਦੇ ਨਾਲ ਸਾਡੇ ਕੋਲ ਵੀ ਹੱਕ ਹਕੂਕ ਹੈ ਨਾ, ਜਿਹੜੇ ਧਰਮ ਚ ਤੁਸੀਂ ਜੰਮੇ ਉਹਦੀ ਰੱਖਿਆ ਵੀ ਕਰ ਸਕੋ। ਸੰਵਿਧਾਨ ਕਹਿੰਦਾ ਹੈ ਕਿ ਹਰੇਕ ਨੂੰ ਹਰੇਕ ਧਰਮ ਦੇ ਵਿੱਚ ਆਜ਼ਾਦੀ ਨਾਲ ਰਹਿਣ ਦੇ ਅਧਿਕਾਰ ਨੇ। ਸਹੀ ਗੱਲ। ਹੁਣ ਕੀ ਤੁਸੀਂ ਕਾਨੂੰਨੀ ਮਸ਼ੀਰ ਜਾਂ ਕਾਨੂੰਨੀ ਸਲਾਹਕਾਰ ਜਾਂ ਜਿਹੜੇ ਵੱਡੇ ਐਡਵੋਕੇਟ ਨੇ ਉਹਨਾਂ ਦੀ ਸਲਾਹ ਲਈ ਕਿ ਕੀ ਇਹਦੇ ਨਾਲ ਤੁਹਾਨੂੰ ਕੁਝ? ਮੈਂ ਕਹਿਣਾ, ਮੰਨ ਲਓ ਕਰੋਨਾ ਹੈ, ਤੁਸੀਂ ਇਕੱਠ ਨਹੀਂ ਕਰ ਸਕਦੇ, ਲੇਕਿਨ ਲੋਕ ਚੇਤਨਾ ਜਗਾ ਸਕਦੇ ਹੋ। ਬਿਲਕੁਲ। ਤੁਸੀਂ ਵੱਖ-ਵੱਖ ਥਾਵਾਂ ਤੇ ਇੱਕ ਡਿਸਟੈਂਸ ਬਣਾ ਕੇ ਲੋਕਡਾਊਨ ਮੰਨਿਆ, ਲੇਕਿਨ ਤੁਸੀਂ ਇੱਕ ਜਿਹੜੇ ਕੋਵਿਡ ਦੇ ਪ੍ਰੋਟੋਕਾਲ ਨੂੰ ਫੋਲੋ ਕਰਦਿਆਂ ਪੂਰੇ ਪੰਜਾਬ ਦੇ ਵਿੱਚ ਇੱਕ ਦਿਨ ਲੋਕਾਂ ਨੂੰ ਖੜੇ ਹੋਣ ਲਈ ਨਹੀਂ ਕਹਿ ਸਕਦੇ? ਕੀ ਕਿਸਾਨੀ ਮੂਵਮੈਂਟ ਦੌਰਾਨ ਹਰ ਘਰ ਨੇ ਸਾਥ ਨਹੀਂ ਦਿੱਤਾ? ਬਿਲਕੁਲ। ਅੱਜ ਜਦੋਂ ਆਸਥਾ ਦੇ ਮਸਲੇ ਦੇ ਉੱਤੇ ਆ ਕੇ ਸੰਗੀ ਨੱਪੀ ਗਈ ਸੱਤਾਧਾਰੀਆਂ ਨੇ ਤੇ ਵੱਖ-ਵੱਖ ਧਿਰਾਂ ਨੇ, ਉਦੋਂ ਤੁਹਾਡੇ ਕੋਲ ਖੜਨ ਤੋਂ ਇਲਾਵਾ ਚਾਰਾ ਕੀ ਹੈ? ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਵੱਡਾ ਸਵਾਲ ਆ, ਸਰਵਾਈਵ ਕਿਵੇਂ ਕਰਨਾ। ਜਿਹੜੇ ਪ੍ਰਸ਼ਾਂਤ ਕਿਸ਼ੋਰ ਰਣਨੀਤੀ ਪਲਾਨ ਕਰ ਰਹੇ ਹੋਣਗੇ, ਬਣਾ ਰਹੇ ਹੋਣਗੇ, ਉਹਨਾਂ ਦੇ ਸਾਹਮਣੇ ਵੀ ਸੰਕਟ ਆ। ਸਲੋਗਨਾਂ ਨਾਲ ਗੱਲ ਨਹੀਂ ਬਣ ਲਈ। ਇੱਥੇ ਲੋਕਾਂ ਦੇ ਹਿੱਕ ਤੇ ਲਿਖਿਆ ਗਿਆ, ਇੱਥੇ ਦਿਲ ਤੇ ਲਿਖਿਆ ਗਿਆ, ਸਾਨੂੰ ਇਨਸਾਫ ਨਹੀਂ ਮਿਲਿਆ, ਸਾਡੇ ਗੁਰੂ ਨੂੰ ਇਨਸਾਫ ਨਹੀਂ ਮਿਲਿਆ। ਸਰਦਾਰ ਜੀ, ਪੈਂਡਾ ਔਖਾ ਹੋ ਗਿਆ, ਰਾਹ ਅੱਗੇ ਨਾਲੋਂ ਪੈੜੇ ਹੋ ਗਏ। ਹੁਣ ਸਵਾਲ ਇਹ ਆ, ਤੁਸੀਂ ਇਸ ਵੇਲੇ ਜਿੰਨਾ ਚਿਰ ਕਾਰਵਾਈ ਨਹੀਂ ਕਰਦੇ, ਕਾਰਵਾਈ ਕਰਦੇ ਦਿਸਦੇ ਨਹੀਂ। ਉਹ ਕਹਿੰਦੇ ਆ ਨਾ ਕਿ ਜੇ ਜਿੰਦਾ ਹੋ ਤੋ ਜਿੰਦਾ ਨਜ਼ਰ ਆਓ। ਵਰਕ ਦੀ ਪਰਿਭਾਸ਼ਾ ਕਿ
ਇਹ ਨਹੀਂ ਹੈ ਵੀ ਤੁਸੀਂ ਖੜੀ ਕੰਧ ਨੂੰ ਸਾਰਾ ਦਿਨ ਧੱਕਾ ਮਾਰੋ ਤੇ ਕੰਧ ਡਿੱਗੇ ਨਾ ਤੇ ਸ਼ਾਮ ਨੂੰ ਮਜ਼ਦੂਰ ਕਹੇ ਜੀ ਲਿਆਓ ਦਿਹਾੜੀ ਲਿਆਓ। ਜੀ ਕੰਮ ਦੀ ਪਰਿਭਾਸ਼ਾ ਇਹ ਹੋਈ ਕਿ ਜੇ ਕੰਮ ਕੋਈ ਖੜੀ ਹੋਈ ਵਸਤੂ ਜਿਹੜੀ ਆ ਤੁਰ ਪੈਂਦੀ ਆ ਜਾਂ ਤੁਰਦੀ ਵਸਤੂ ਨੂੰ ਤੁਸੀਂ ਰੋਕ ਲੈਂਦੇ ਹੋ ਤੇ ਕੰਮ ਕੀਤੇ ਦੀ ਪਰਿਭਾਸ਼ਾ ਬਣਦੀ ਆ ਕੰਮ ਦੀ। ਆਪਣੇ ਤਾਂ ਇੱਥੇ ਕਲਚਰ ਹੈ ਜੀ ਮੁਫਤ ਦੀਆਂ ਖਾਣ ਦੀ, ਹਾਂ ਇਹੋ ਆਦਤ ਸਾਨੂੰ ਪਾਈ ਜਾਂਦੇ ਆ ਬਿਲਕੁਲ। ਤੇ ਇਹੋ ਹੀ ਤਾਂ ਵਰਕ ਡਨ ਆ ਕਿ ਜੀ। ਕੀਤਾ ਕੱਖ ਨਹੀਂ, ਬਿਲਕੁਲ। ਜੇਬ ਭਰੀ ਰਵੇ। ਸਰਦਾਰ ਜੀ ਇਹੀ ਇਸ ਵਾਰੀ ਸਵਾਲ ਪੈ ਗਿਆ ਕਿ ਲੋਕਾਂ ਨੂੰ ਦਿਖਾਓ ਕਿ ਤੁਸੀਂ ਕਿੱਥੇ ਹੋ, ਖਲੋਤੇ ਕਿੱਥੇ ਹੋ, ਅਦਰਵਾਈਜ਼ ਸਾਡੇ ਵੱਲ ਨਾ ਆਇਓ ਲੋਕਾਂ। ਤੁਹਾਨੂੰ ਇੱਕ ਵਾਰ ਆਪਣਾ ਸਟੈਂਡ ਲੈਣਾ ਪਵੇਗਾ ਜੀ। ਪਹਿਲਾਂ ਇੱਕ ਧਿਰ ਸੀ, ਉਹਨਾਂ ਨੂੰ ਲੋਕਾਂ ਨੇ ਪਰਖ ਲਿਆ, ਲੋਕਾਂ ਨੇ ਮੂੰਹ ਤੋੜ ਕੇ ਜਵਾਬ ਵੀ ਦੇ ਦਿੱਤਾ। ਜੇ ਉਹਨਾਂ ਨੇ ਲੋਕਾਂ ਦਾ ਮੂੰਹ ਚੜਾਇਆ ਸੀ ਉਦੋਂ ਵੀ ਜਿਨ੍ਹਾਂ ਨੂੰ ਘਰੇ ਕੋਈ ਪੁੱਛਦਾ ਨਹੀਂ ਉਹ ਧਰਨਿਆਂ ਤੇ ਨਿਕਲ ਆਉਂਦੇ ਨੇ, ਫਿਰ ਅਗਲਿਆਂ ਨੇ ਮੌਕਾ ਦਿੱਤਾ ਵੀ ਜਾਓ ਹੁਣ ਤੁਸੀਂ ਧਰਨਾ ਹੀ ਲਾਓ 4 ਸਾਲ। ਜੀ ਮੈਨੂੰ ਤੇ ਅਜੇ ਵੀ ਰਜਾਈ ਚੋਂ ਬਾਹਰ ਦਿਸਦੇ ਮੂੰਹ ਚੇਤੇ ਚ ਘੁੰਮ ਜਾਂਦੇ ਜਦੋਂ ਬ੍ਰਹਮਪੁਰਾ ਸਾਹਿਬ ਤੇ ਸੁਖਬੀਰ ਬਾਦਲ ਇੱਕੋ ਹੀ ਕੰਬਲ ਚ ਬਗਲਗੀਰ ਸੀ। ਇੱਕੋ, ਹਾਂ ਬਹੁਤ ਸੋਹਣਾ ਕੰਬਲ ਸੀਗਾ, ਹੈ ਨਾ। ਲੇਕਿਨ ਸਵਾਲ ਤੇ ਇਹ ਆ ਕਿ ਜਦੋਂ ਤੁਹਾਨੂੰ ਸੜਕਾਂ ਤੇ ਸੌਣ ਲਈ ਮਜਬੂਰ ਕਰ ਦਿੱਤਾ ਹਾਲਾਤਾਂ ਨੇ, ਔਰ ਅੱਜ ਉਹੀ ਜਿਹੜੀ ਤਸਵੀਰ ਤੁਸੀਂ ਗੱਲ ਕਰ ਰਹੇ ਹੋ ਨਾ, ਹੋ ਸਕਦਾ ਉਹ ਤਸਵੀਰ ਕੈਪਟਨ ਸਾਹਿਬ ਨੂੰ ਵੀ ਨਜ਼ਰ ਆਉਂਦੀ ਹੋਵੇ ਤੇ ਮੈਨੂੰ ਲੱਗਦਾ ਕਿਤੇ ਮੌਕਾ ਨਾ ਬਣ ਜਾਵੇ। ਇਹ ਮੈਨੂੰ ਸਰਦਾਰ ਸਾਹਿਬ ਦੀ ਗੱਲ 'ਚ ਵਜਨ ਲੱਗਦਾ ਕਿਤੇ ਇਹ ਨਾ ਹੋਵੇ ਕਿ ਕੈਪਟਨ ਸਾਹਿਬ ਕੋਈ ਕਾਰਵਾਈ ਪਾਉਂਦੇ ਹੋਣ ਜੀ, ਯਾਰੀਆਂ ਭੁੱਲ ਜਾਣ। ਇਹ ਲੋਕ ਕਹਿੰਦੇ ਹੀ ਨਹੀਂ ਕਹਿੰਦੇ, ਮੈਂ ਕਿਤੇ ਨਹੀਂ ਵੇਖੀ ਕਿ ਯਾਰੀ ਹੈਗੀ। ਨਹੀਂ, ਸਾਨੂੰ ਦੇਖੋ ਕਾਰਨ ਪਤਾ ਕੀ ਆ, ਜਿਹੜਾ ਸਮਾਜਿਕ ਰਿਸ਼ਤੇ ਨੇ ਉਹ ਸਾਰਿਆਂ ਦੇ ਬਣਦੇ ਨੇ, ਕਿਤੇ ਨਾ ਕਿਤੇ ਹੈਗੇ ਨੇ। ਅਸੀਂ ਕਦੋਂ ਕਹਿੰਦੇ ਆ ਤੁਸੀਂ ਵਿਆਹਾਂ 'ਚ ਵੀ ਜਾਓ, ਤੁਸੀਂ ਗਮੀ 'ਚ ਵੀ ਜਾਓ, ਲੇਕਿਨ ਸਰਦਾਰ ਜੀ ਫਿਰ ਲੋਕਾਂ ਨੂੰ ਵੋਟ ਲੈਣੀ ਹੈ। ਨਹੀਂ ਸਰ, ਲੋਕਾਂ ਦੇ ਸਾਹਮਣੇ ਗਾਲਾਂ ਤੇ ਨਾ ਕੱਢੋ, ਬਿਲਕੁਲ ਦੁਸ਼ਮਣੀਆਂ ਤੇ ਨਾ ਸ਼ੋਅ ਕਰੋ। ਤੁਸੀਂ ਲੋਕ ਲੜਾ ਮਾਰਤੇ ਕਾਂਗਰਸੀ ਕਾਲੀ ਕਹਿ ਕੇ ਤੇ ਆਪ ਤੁਸੀਂ ਇੱਕੋ ਕਮਰੇ 'ਚ ਬਹਿ ਕੇ ਖਾ ਪੀ ਲੈਂਦੇ ਹੋ। ਬਿਲਕੁਲ ਗੱਲ ਆ ਕੋਈ। ਫਿਰ ਸਵਾਲ ਇਹ ਸਮਾਜ ਵੰਡਤਾ ਤੁਸੀਂ, ਸਮਾਜ ਦੇ ਵਿੱਚ ਕਿਤੇ ਕਿਸੇ ਜਗ੍ਹਾ ਭਾਈਚਾਰੇ ਨਹੀਂ ਰਹਿਣ ਦਿੱਤੇ, ਵੋਟਾਂ ਦੇ ਨਾਂ ਤੇ ਲੋਕ ਧੜਿਆਂ 'ਚ ਵੰਡ ਹੋ ਕੇ ਸਿਰ ਪੜਵਾ ਕੇ ਬਹਿ ਗਏ, ਲੋਕਾਂ ਨੇ ਛੱਬੀਆਂ ਭੁਗਤੀਆਂ। ਠੀਕ ਹੈ ਜੀ, ਮੈਂ ਕਈ ਵਾਰੀ ਅਦਾਲਤਾਂ 'ਚ ਲੰਬੇ ਚੱਕਰ ਖਾਦੇ। ਮੈਂ ਕਈ ਵਾਰੀ ਗੱਲ ਕਰਦਾ ਨਾ ਡਾਕਟਰ ਗੁਰਨਾਮ ਸਿੰਘ ਧੀਰ ਹੋਰਾਂ ਦੀ, ਚਾਚਾ ਚੰਡੀਗੜ੍ਹੀਆ ਬਹੁਤ ਤਗੜੇ ਕਾਲਮ ਨਵੀਸ ਸਨ। ਇੱਕ ਵਾਰੀ ਉਹਨਾਂ ਨੇ ਕਾਰਟੂਨ ਵੀ ਲਾਇਆ। ਕਾਰਟੂਨ ਕੀ ਲਾਇਆ ਕਿ ਇੱਕ ਕਾਰਟੂਨ, ਉਹ ਕਹਿੰਦਾ ਵੀ ਕੀ ਹੋਇਆ, ਕਹਿੰਦਾ ਉਹ ਧਿਰ ਲੜ ਰਹੀ ਆ ਤੇ ਇਹ ਸਮਝਾਉਣ ਜਾ ਰਹੇ ਆ। ਕਹਿੰਦਾ ਠੀਕ ਹੈ, ਕਹਿੰਦਾ ਹੁਣ ਕੀ ਹੋਇਆ, ਕਹਿੰਦਾ ਅਸਲ 'ਚ ਉਹ ਦੋਨੇ ਇਕੱਠੇ ਹੋ ਗਏ, ਹੁਣ ਇਹਨੂੰ ਸਮਝਾਉਣ ਲੱਗੇ ਨੇ। ਅੱਛਾ। ਸੋ ਇਹ ਸਿਆਸਤ ਜਿਹੜੀ ਆ, ਕੱਲ ਤੱਕ ਪੰਜਾਬ ਦੇ ਲੋਕਾਂ ਨੇ ਇੱਕ ਨੂੰ ਸਮਝਾਇਆ, ਅਗਰ ਹੁਣ ਜਿਹੜੇ ਲੋਕ ਨੇ ਇਹ ਅਜੇ ਵੀ ਨਾ ਸੰਭਲੇ ਤੇ ਫਿਰ ਲੋਕ ਸਮਝਾਉਣ ਲਈ ਇੱਕ ਵਾਰੀ ਫਿਰ ਬਾਹਰ ਆ ਸਕਦੇ ਨੇ। ਬਸ ਇਹ ਪੰਜਾਬੀਆਂ ਨੇ ਜਿੰਨਾ ਝੱਲਿਆ ਨਾ, ਆ ਜਦੋਂ ਕਦੇ ਸੀਰੀਅਸ ਗੱਲ ਕਰਦੇ ਅਸੀਂ ਥੋੜੇ ਲਾਈਟ ਹੁੰਨੇ ਆ ਨਾ, ਤੇ ਇਹ ਉਸੇ ਹੀ ਮਾਨਸਿਕਤਾ ਚੋਂ ਨਿਕਲਦਾ ਹੈ ਜਦੋਂ ਲੋਕ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਏ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਪੰਜਾਬ ਮੁੱਦਤਾਂ ਤੋਂ ਝੱਲਦਾ ਆ ਤੇ ਝੇਲਦਾ ਆ, ਲੇਕਿਨ ਹੁਣ ਲੋੜ ਆ ਲੱਕ ਬੰਨਣ ਦੀ। ਸਿੱਧੂ ਅਜੇ ਵੀ ਦੁਬਦਾ ਚ ਹੈ ਤੇ ਸਿੱਧੂ ਨੇ ਇਹ 3 ਹੀ ਚਿਹਰਿਆਂ ਦੀ ਰਣਨੀਤੀ ਹੈ ਤੇ ਰਾਜਨੀਤੀ ਹੈ, ਬਾਦਲ ਕੇ, ਕੈਪਟਨ ਕੇ ਔਰ ਨਵਜੋਤ ਸਿੰਘ ਸਿੱਧੂ। ਲੇਕਿਨ ਕਹਿੰਦੇ ਆ ਲੋਕ ਕਿ ਜੇ ਸਿੱਧੂ ਨੇ ਨਿਕਲਣਾ ਹੋਇਆ ਤੇ ਜੇ ਇਕੱਲਾ ਹੀ ਨਿਕਲਿਆ ਤੇ ਫਿਰ ਖੱਟ ਕੇ ਕੀ ਲਿਆ। ਉਹ ਕਹਿੰਦੇ ਨਾ ਬਾਰੀ ਬਰਸੀ ਖੱਟਣ ਗਿਆ ਸੀ, ਤੇ ਹੁਣ ਖੱਟ ਕੇ ਕੀ ਲਿਆਂਦਾ, ਕੋਈ 10-20 ਐਮਐਲਏ ਵੀ ਲਿਆਂਦੇ ਕਿ ਨਹੀਂ। ਲੋਕ ਇਹ ਵੀ ਪੁੱਛਦੇ ਆ ਕਿ ਜੇ ਲੀਡਰ ਵੱਡੇ ਹੋ ਗਏ ਹੋ, ਅਸਰ ਕਿੰਨਿਆਂ ਤੇ ਛੱਡਿਆ। ਲੋਕ ਇਹ ਵੀ ਪੁੱਛਦੇ ਆ ਕਿ ਹੁਣ ਗਾਂ ਕੀ ਕਰਨਾ, ਐਵੇਂ ਡਰ ਕੇ ਜੀਣ ਦਾ ਕੀ ਫਾਇਦਾ। ਜੇ ਲੜਨਾ ਹੈ ਤਾਂ ਨੰਗੇ ਧੜ ਲੜੋ, ਜੇਕਰ ਤੁਸੀਂ ਜੀਣਾ ਤੇ ਵਿਸ਼ ਕੇ ਜੀਓ, ਨਹੀਂ ਤਾਂ ਫਿਰ ਲੋਕ ਇਹ ਵੀ ਕਹਿੰਦੇ ਹੁੰਦੇ ਕਿ ਕੋਈ ਅੰਦਰ ਡਰ ਤਾਂ ਨਹੀਂ, ਸਰਕਾਰ 'ਚ ਰਹਿੰਦਿਆਂ ਗਲਤੀ ਤਾਂ ਨਹੀਂ ਕੋਈ ਕੀਤੀ, ਕਿਤੇ ਅਗਲਿਆਂ ਨੇ ਕੋਈ ਫਾਈਲਾਂ ਤਾਂ ਨਹੀਂ ਰੱਖੀਆਂ ਕਿ ਤੁਸੀਂ ਸੋਚ। ਦੂਸਰੀ ਗੱਲ ਜਿਹੜਾ ਇਸ ਵੇਲੇ ਇੱਕ ਕੁਦਰਤ ਦੀ ਹੋਰ ਜਿਹੜੀ ਮਾਰ ਵੱਜ ਰਹੀ ਹੈ ਕਰੋਨਾ ਬਿਮਾਰੀ ਦੇ ਨਾਂ ਦੇ ਉੱਤੇ, ਜਦੋਂ ਉਹ ਵੀ ਹਾਲਾਤ ਨੇ, ਤੁਸੀਂ ਉਹਨਾਂ ਹਾਲਾਤਾਂ 'ਚ ਵੀ ਨਿਕਲਣਾ। ਪਿਛਲੇ ਸਾਲ ਤੁਹਾਡੇ ਕੋਲ ਬਹਾਨਾ ਸੀ ਕਿ ਅਸੀਂ 6 ਮਹੀਨੇ ਕਰੋਨਾ 'ਚ ਕੁਝ ਕਰ ਹੀ ਨਹੀਂ ਸਕੇ ਜੀ, ਅਦਾਲਤਾਂ ਹੀ ਕੰਮ ਕਰਦੀਆਂ ਰਹੀਆਂ, ਛੇਤੀ ਕੰਮ ਕਰਦੀ ਰਹੀ ਹੈ। ਇੱਕ ਵਾਰੀ ਫਿਰ ਹਾਲਾਤ ਉਹੋ ਜਿਹੇ ਨੇ। ਤੇ ਅੱਜ ਇੱਕ ਸੱਜਣ ਨੇ ਬਹੁਤ ਸੋਹਣਾ ਲਿਖਿਆ, ਕਹਿੰਦਾ ਤਸਵੀਰ ਕਿਆਮਤ ਕੀ ਸਾਫ਼ ਦਿਖने लगी है। अच्छा, तस्वीर क्यामत की साफ दिखने लगी है, पानी तो पानी हवा भी बिकने लगी है। वाह वाह। सो एक ऐसी ਜਦੋਂ ਇੱਕ ਪਾਸੇ ਤੁਹਾਨੂੰ ਇਸ ਆਕਸੀਜਨ ਦੀ ਘਾਟ ਹੈ, ਦੂਸਰੇ ਪਾਸੇ ਤੁਹਾਨੂੰ ਪੰਜਾਬ ਦੀ ਸਿਆਸਤ ਜਿਹੜੀ ਆ ਐਡੀ ਗੰਦਲੀ ਹੋ ਗਈ ਆ ਕਿ ਲੋਕ ਤੁਹਾਡੇ ਗਲ ਨੂੰ ਪੈ ਰਹੇ ਨੇ ਤੇ ਤੁਹਾਨੂੰ ਸਾਹ ਲੈਣਾ ਵੀ ਔਖਾ ਹੋਵੇ,
ਫਿਰ ਦੱਸੋ ਕੀ ਕਰੋਗੇ। ਕਿਸੇ ਤੇਜ਼ਤਰਾਰ ਸੱਜਣ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਕੰਨ 'ਚ ਸਲਾਹ ਦਿੱਤੀ, ਜੀ ਆਖੇ ਕੈਪਟਨ ਸਾਹਿਬ ਆ ਜਦੋਂ ਜਾਖੜ ਸਾਹਿਬ ਤੇ ਮੰਤਰੀ ਸਾਹਿਬ ਅਸਤੀਫਾ ਦੇਣ ਰਹੇ ਸੀ, ਜੀ ਉਹ ਅਸਤੀਫਾ ਜੇਬ 'ਚ ਪਿਆ ਰਹਿਣ ਦਿੰਦੇ ਹੋ, ਜੀ। ਉਦਾਂ ਹੀ ਨਾ ਮਨਜ਼ੂਰ ਜ਼ਬਾਨੀ ਕਰ ਦਿੰਦੇ, ਪਾੜਨ ਦੀ ਕੀ ਲੋੜ ਸੀ, ਜੀ ਘੱਟੋ ਘੱਟ ਫਿਕਰ ਤਾਂ ਤੁਰੇ ਰਹਿੰਦੇ। ਜੀ ਕੈਪਟਨ ਸਾਹਿਬ ਤੁਹਾਡਾ ਮਤਲਬ ਕੈਪਟਨ ਸਾਹਿਬ ਸੋਚਾਂ 'ਚ ਪੈ ਗਏ, ਸੁਣਿਆ, ਸੋਚਾਂ 'ਚ ਪੈ ਗਏ ਵੀ ਅਗਲੀ ਵਾਰੀ ਜਿੰਨੇ ਵੀ ਅਸਤੀਫਾ ਦਿੱਤਾ ਨਾ, ਜੀ ਪ੍ਰਵਾਨ ਨਹੀਂ ਕਰਨਾ, ਜੀ। ਪਰ ਵਾਪਸ ਵੀ ਨਹੀਂ ਕਰਨਾ, ਪਾੜਨਾ ਵੀ ਪਰ ਨਹੀਂ। ਗੱਲ ਇਹ ਹੈ ਨਾ, ਤੁਹਾਨੂੰ ਯਾਦ ਆ ਵੀ ਜੇ ਉਹ ਕਹਿੰਦੇ ਕਿ ਜੇਬ 'ਚ ਹੀ ਰੱਖੋ, ਹੂੰ ਫਿਰ ਲੋਕਾਂ ਨੇ ਕਹਿਣਾ ਵੀ ਕੈਪਟਨ ਸਾਹਿਬ ਨੇ ਇੱਕ ਵਾਰੀ ਜੇਬ ਚੋਂ ਅਸਤੀਫਾ ਕੱਢਿਆ ਸੀ, ਮੁੜ ਕੇ ਜੇਬ 'ਚ ਪਾ ਲਿਆ ਸੀ, ਇਹ ਕਰਵੈਤ ਬਣ ਗਈ ਹੈ ਜੇਬ 'ਚ। ਚਲੋ ਸ਼ੁਕਰ ਹੈ ਉਹਨਾਂ ਬਾਹਰ ਕੱਢਿਆ। ਅੱਜ ਤਾਂ ਹੋਰ ਸੁਣਿਆ, ਜੀ ਕਹਿੰਦੇ ਜੀ ਜਾਖੜ ਸਾਹਿਬ ਤਾਂ ਕਿਸੇ ਚੈਨਲ ਨਾਲ ਮੁੱਕਰੀ ਗਏ, ਮੈਂ ਅਸਤੀਫਾ ਦਿੱਤਾ ਆਹ ਹੀ ਕਹਿੰਦੇ ਮੈਂ ਦਿੱਤਾ ਹੀ ਨਹੀਂ। ਤੇ ਫਿਰ ਗਲਤ ਹੋ ਕਿਹੜੇ ਖਾਤੇ 'ਚ ਪਾਓਗੇ? ਉਹ ਕੱਲ ਕੈਪਟਨ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀ ਜੀ ਵੀ ਉਹ ਅਸਤੀਫਿਆਂ ਦਾ ਕੀ ਬਣਿਆ, ਉਹ ਕਹਿੰਦੇ ਹਾਂ, ਜੀ ਇਹ ਤਾਂ ਹਾਂ। ਚੰਗਾ ਕੰਮ ਕਰੇ, ਇਹਨਾਂ ਦੇ ਅਸਤੀਫੇ ਤਾਂ ਮੈਂ ਉਸੇ ਵੇਲੇ ਖਤਮ ਕਰਤੇ ਸੀ। ਬਿਲਕੁਲ। ਇਹ ਹੁਣ ਕਿਹੜਾ ਸੱਚਾ ਕਿਹੜਾ ਝੂਠਾ, ਕਿਹਦੀ ਗੱਲ ਕਰੀਏ? ਕੱਲ ਮੈਂ ਫਿਰ ਉੱਥੇ ਆਉਣੀ ਆ ਕਿ ਆਖਰ ਉਹ ਕਿਹੜਾ ਐਸਾ ਸਰਫ ਹੈ ਜਿਹੜਾ ਖਰੀਦੋਗੇ ਔਰ ਉਹਦੇ ਨਾਲ ਤੁਹਾਡੇ ਤੇ 4 ਸਾਲ ਦੇ ਕੀ ਪਿਛਲੇ ਜਿਹੜੇ ਗਏ ਸੀ 5 ਸਾਲ ਦੇ, ਉਹਨਾਂ ਦੇ ਪਾਪ ਧੁੱਪ ਜਾਣ। ਮੈਂ ਕਿਹਾ ਅਗਲੇ ਸਾਬਣ ਦੀਆਂ ਟਿੱਕੀਆਂ ਜੇਬ 'ਚ ਪਾਈ ਫਿਰਦੇ ਆ, ਜੀ। ਹੁਣ ਤਾਂ ਕਹਿੰਦੇ ਆ ਜੀ ਕਰੋਨਾ ਨੇ ਸੈਨੀਟਾਈਜ਼ ਕਰਨਾ ਵੀ ਸਿਖਾਤਾ, ਜੀ ਤੁਸੀਂ ਕਿਹੜੇ ਸਾਬਣਾ ਸਰਫਾਂ ਦੀ ਗੱਲ ਕਰਦੇ ਹੋ? ਸਰਦਾਰ ਸਾਹਿਬ ਆਓ ਇਹ ਪ੍ਰੋਗਰਾਮ ਨੂੰ ਵਿਰਾਮ ਦਈਏ ਤੇ ਜੀ। 2 ਘੁੱਟ ਚਾਹ ਦੇ ਪੀਏ। ਬਹੁਤ ਮਿਹਰਬਾਨੀ।